ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਕਸੀਜਨ ਸਾਰੇ ਸਜੀਵਾਂ ਵਾਸਤੇ ਤਣਾਅ ਮੁਕਤ, ਸ਼ਕਤੀ ਭਰਪੂਰ, ਸੰਤੁਲਿਤ ਅਤੇ ਸਿਹਤ ਭਰੀ ਜ਼ਿੰਦਗੀ ਜਿਉਣ ਲਈ ਬਹੁਤ ਹੀ ਮਹੱਤਵਪੂਰਨ ਗੈਸ ਹੈ। ਆਕਸੀਜਨ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਆਕਸੀਜਨ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਲਈ ਜ਼ਰੂਰੀ ਹੈ। ਅਸੀਂ ਕਈ ਹਫ਼ਤਿਆਂ ਤੱਕ ਭੋਜਨ ਤੋਂ ਬਿਨਾਂ ਜ਼ਿੰਦਾ ਰਹਿ ਸਕਦੇ ਹਾਂ ਅਤੇ ਕਈ ਦਿਨ ਪਾਣੀ ਤੋਂ ਬਿਨਾਂ, ਪਰ ਆਕਸੀਜਨ ਤੋਂ ਬਿਨਾਂ ਕੁਝ ਪਲ ਵੀ ਜ਼ਿੰਦਾ ਨਹੀਂ ਰਹਿ ਸਕਦੇ। ਆਕਸੀਜਨ ਸਰੀਰ ਨੂੰ ਖੁਰਾਕ ਦਿੰਦੀ ਹੈ ਅਤੇ ਸੁਰੱਖਿਆ ਪ੍ਰਬੰਧ ਵਿੱਚ ਵੀ ਮਦਦ ਕਰਦੀ ਹੈ। ਜ਼ਹਿਰੀਲੇ ਪਦਾਰਥਾਂ ਦਾ ਨਾਸ ਕਰਦੀ ਹੈ ਤੇ ਨਵੇਂ ਸੈੱਲਾਂ ਦੇ ਵਿਕਾਸ ਨੂੰ ਅੱਗੇ ਵਧਾਉਂਦੀ ਹੈ। ਆਕਸੀਜਨ ਸਾਡੇ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੇ ਸਰੀਰਕ ਪ੍ਰਬੰਧ ਦੇ ਕਾਰਜਾਂ ਨੂੰ ਚਲਾਉਣ ਲਈ ਇੱਕ ਤਰੀਕੇ ਨਾਲ ਬਾਲਣ ਦਾ ਕੰਮ ਕਰਦੀ ਹੈ। ਆਕਸੀਜਨ ਦੇ ਕਾਰਜਾਂ ਦੀ ਸੂਚੀ ਦਾ ਕੋਈ ਅੰਤ ਨਹੀਂ ਹੈ। ਜਿਉਂਦੇ ਰਹਿਣ ਲਈ ਆਕਸੀਜਨ ਦੀ ਮਹੱਤਤਾ ਬਾਰੇ ਕੋਈ ਵੀ ਸ਼ੱਕ ਹੋਵੇ ਤਾਂ ਤੁਸੀਂ 5 ਮਿੰਟ ਵਾਸਤੇ ਆਪਣਾ ਸਾਹ ਰੋਕ ਕੇ ਰੱਖਣ ਦੀ ਕੋਸ਼ਿਸ਼ ਕਰੋ। ਯਕੀਨਨ ਹੀ ਤੁਸੀਂ ਇੰਜ ਨਹੀਂ ਕਰ ਸਕੋਗੇ। ਆਕਸੀਜਨ ਇੱਕ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਸਿਹਤ ਚੰਗੀ ਰੱਖਣ ਲਈ ਆਪਣੇ ਸਰੀਰ ਨੂੰ ਕਿੰਨੀ ਆਕਸੀਜਨ ਉਪਲਬਧ ਕਰਵਾਉਂਦੇ ਹਾਂ। ਵਿਦਿਆਰਥੀਓ, ਅੱਜ ਦੇ ਪਾਠ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਵਿਸ਼ਾ ਵਸਤੂ ਜ਼ਿੰਦਗੀ ਦੀਆਂ ਉਹਨਾਂ ਮਹੱਤਵਪੂਰਨ ਕਿਰਿਆਵਾਂ ਬਾਰੇ ਹੈ ਜਿਨ੍ਹਾਂ ਰਾਹੀਂ ਸਰੀਰ ਦੇ ਵੱਖ-ਵੱਖ ਕਾਰਜਾਂ ਲਈ ਊਰਜਾ ਮਿਲਦੀ ਹੈ। ਆਕਸੀਜਨ ਨਿਸ਼ਚਿਤ ਰੂਪ ਵਿੱਚ ਜੀਵਨਦਾਈ ਕਿਰਿਆਵਾਂ ਜੋ ਕਿ ਮਨੁੱਖੀ ਜ਼ਿੰਦਗੀ ਨੂੰ ਬਰਕਰਾਰ ਰੱਖਦੀਆਂ ਹਨ ਲਈ ਸਹਾਈ ਹੁੰਦੀ ਹੈ। ਉਦਾਹਰਨ ਲਈ, ਮਨੁੱਖੀ ਖੁਰਾਕ ਵਿੱਚ ਮੌਜੂਦ ਪੌਸ਼ਕ ਤੱਤ, ਕਾਰਬੋਹਾਈਡਰੇਟਸ, ਚਰਬੀ ਅਤੇ ਪ੍ਰੋਟੀਨ ਨੂੰ ਊਰਜਾ ਵਿੱਚ ਬਦਲਣ ਲਈ ਆਕਸੀਜਨ ਜ਼ਰੂਰੀ ਹੈ। ਸੈਲਮਈ ਸਾਹ ਪ੍ਰਕਿਰਿਆ ਵਿੱਚ ਵੀ ਇਹ ਬਹੁਤ ਹੀ ਜ਼ਰੂਰੀ ਤੱਤ ਹੈ। ਸਾਡਾ ਸਰੀਰ ਜਿੰਨੀ ਜ਼ਿਆਦਾ ਆਕਸੀਜਨ ਗ੍ਰਹਿਣ ਕਰੇਗਾ, ਉਨੀ ਹੀ ਅਸੀਂ ਜ਼ਿਆਦਾ ਊਰਜਾ ਪੈਦਾ ਕਰਾਂਗੇ। ਸਾਹ ਕਿਰਿਆ ਜੀਵਨ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। ਇਹ ਬੜੀ ਅਹਿਮ ਗੱਲ ਹੈ ਕਿ ਇਹ ਜੀਵਾਂ ਦੀਆਂ ਸਾਰੀਆਂ ਕਿਰਿਆਵਾਂ ਵਿੱਚੋਂ ਮੁੱਖ ਤੇ ਅਤੀ ਜ਼ਰੂਰੀ ਕਿਰਿਆ ਹੈ। ਸੋ ਇਸ ਦੀ ਇੱਕ ਸਰਵ ਵਿਆਪੀ ਪਰਿਭਾਸ਼ਾ ਹੋਣੀ ਚਾਹੀਦੀ ਹੈ। ਹਜ਼ਮ ਹੋਏ ਭੋਜਨ ਯਾਨੀ ਗਲੂਕੋਜ਼ ਦਾ ਸੈੱਲਾਂ ਅੰਦਰ ਆਕਸੀਕਰਨ ਹੋਣ ਤੋਂ ਬਾਅਦ ਊਰਜਾ ਤੇ ਕਾਰਬਨ ਡਾਈਆਕਸਾਈਡ ਦਾ ਪੈਦਾ ਹੋਣਾ ਸਾਹ ਕਿਰਿਆ ਅਖਵਾਉਂਦਾ ਹੈ। ਇਹ ਕਿਰਿਆ ਸਾਰੇ ਜੀਵਾਂ ਅੰਦਰ ਵਾਪਰਦੀ ਹੈ। ਮਨੁੱਖੀ ਸਰੀਰ ਦੀਆਂ ਕੁਝ ਕਿਰਿਆਵਾਂ, ਜਿਵੇਂ ਸਾਹ ਕਿਰਿਆ ਲਈ ਜੋ ਊਰਜਾ ਚਾਹੀਦੀ ਹੁੰਦੀ ਹੈ, ਉਹ ਗਲੂਕੋਜ਼ ਅਤੇ ਆਕਸੀਜਨ ਤੋਂ ਹੀ ਮਿਲਦੀ ਹੈ। ਕਿਸੇ ਜੀਵ ਅਤੇ ਉਸਦੇ ਵਾਤਾਵਰਣ ਵਿਚਾਲੇ ਲਗਾਤਾਰ ਗੈਸਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਕਿਸੇ ਜੀਵ ਦੇ ਸਰੀਰ ਦਾ ਉਹ ਭਾਗ ਜਿੱਥੇ ਗੈਸਾਂ ਦਾ ਵਟਾਂਦਰਾ ਹੁੰਦਾ ਹੈ, ਉਸ ਨੂੰ ਸਾਹ ਕਿਰਿਆ ਦੀ ਸਤਹ ਕਹਿੰਦੇ ਹਨ। ਜਿਵੇਂ ਕਿ ਥਣਧਾਰੀ ਜੀਵਾਂ ਵਿੱਚ ਫੇਫੜੇ, ਮੱਛੀਆਂ ਵਿੱਚ ਗਲਫੜੇ, ਗੰਡੋਏ ਦੀ ਚਮੜੀ, ਅਮੀਬਾ ਵਿੱਚ ਸੈਲੀ ਸਤਹ ਆਦਿ। ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਹ ਕਿਰਿਆ ਭੌਤਿਕ ਅਤੇ ਜੈਵ ਰਸਾਇਣਕ ਕਿਰਿਆਵਾਂ ਦਾ ਸੁਮੇਲ ਹੈ। ਭੌਤਿਕ ਪ੍ਰਕਿਰਿਆ ਵਿੱਚ ਸਾਹ ਰਾਹੀਂ ਆਕਸੀਜਨ ਅੰਦਰ ਲਿਜਾਣਾ
ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਣਾ ਸ਼ਾਮਲ ਹੈ। ਜੈਵ ਰਸਾਇਣਕ ਕਿਰਿਆ ਵਿੱਚ ਸੈੱਲਾਂ ਅੰਦਰ ਕਾਰਬਨਿਕ ਯੌਗਿਕਾਂ ਦਾ ਆਕਸੀਕਰਨ ਹੋ ਕੇ ਟੁੱਟਣਾ ਤੇ ਊਰਜਾ ਪੈਦਾ ਕਰਨਾ ਸ਼ਾਮਲ ਹੈ। ਸੈੱਲਮਈ ਸਾਹ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਪਰ ਸਾਹ ਪ੍ਰਣਾਲੀ ਦੀ ਬਣਤਰ ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਅੱਜ ਦੇ ਇਸ ਪਾਠ ਵਿੱਚ ਅਸੀਂ ਸਾਹ ਕਿਰਿਆ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਸਾਹ ਕਿਰਿਆ ਸਰੀਰ ਦੀਆਂ ਜ਼ਰੂਰੀ ਕਿਰਿਆਵਾਂ ਵਿੱਚੋਂ ਇੱਕ ਹੈ ਜੋ ਕਿ ਸਾਰੇ ਜੀਵਾਂ ਲਈ ਮਹੱਤਵਪੂਰਨ ਹੈ, ਚਾਹੇ ਉਹ ਮਨੁੱਖ ਹੋਣ ਚਾਹੇ ਸੂਖਮ ਜੀਵ। ਆਮ ਤੌਰ ਤੇ ਸਾਹ ਕਿਰਿਆ ਜੀਵਾਂ ਦੇ ਦੋ ਮੁੱਖ ਉਦੇਸ਼ਾਂ ਨੂੰ ਪੂਰਾ ਕਰਦੀ ਹੈ। ਪਹਿਲਾ ਢਾਹ ਕਿਰਿਆ ਵਿੱਚ ਪੈਦਾ ਹੋਏ ਇਲੈਕਟ੍ਰੋਨਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਤੇ ਦੂਜਾ ਊਰਜਾ ਯੁਕਤ ਅਣੂ ਭਾਵ ATP ਪੈਦਾ ਕਰਨਾ। ਇਸ ਕਰਕੇ ਸਾਹ ਕਿਰਿਆ ਨੂੰ ਅਸੀਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਉਹ ਕਿਰਿਆ ਜਿਸ ਵਿੱਚ ਕਾਰਬਨਿਕ ਯੌਗਿਕਾਂ ਦਾ ਸੈੱਲਾਂ ਅੰਦਰ ਆਕਸੀਕਰਨ ਹੋਣ ਤੋਂ ਬਾਅਦ ਊਰਜਾ ਤੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਉਸ ਨੂੰ ਸਾਹ ਕਿਰਿਆ ਕਹਿੰਦੇ ਹਨ। ਸਾਹ ਲੈਣ ਦਾ ਅਰਥ ਹੈ ਉਹ ਕਿਰਿਆ ਜਿਸ ਰਾਹੀਂ ਜੀਵ ਵਾਤਾਵਰਣ ਵਿੱਚੋਂ ਆਕਸੀਜਨ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ। ਪਰੰਤੂ ਇਸ ਕਿਰਿਆ ਨੂੰ ਪੂਰੀ ਤਰ੍ਹਾਂ ਸਮਝਣ ਲਈ ਇੰਨੀ ਜਾਣਕਾਰੀ ਕਾਫੀ ਨਹੀਂ ਹੈ। ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿੱਚ ਇਹ ਕਿਰਿਆ ਕੀ ਹੈ, ਇਸ ਵਿੱਚ ਕਿਹੜੇ ਵੱਖ-ਵੱਖ ਅੰਗ ਜੁੜੇ ਹੁੰਦੇ ਹਨ ਤੇ ਸਾਹ ਕਿਰਿਆ ਦੇ ਕਿੰਨੇ ਪੜਾਅ ਹਨ। ਇਸ ਕਿਰਿਆ ਦੀ ਕਾਰਜ ਵਿਧੀ ਕੀ ਹੈ, ਸਾਹ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ, ਇਸ ਕਿਰਿਆ ਦਾ ਸੁਆਸੀ ਪਦਾਰਥ ਕੀ ਹੁੰਦਾ ਹੈ ਆਦਿ। ਆਓ ਅਸੀਂ ਸਾਹ ਕਿਰਿਆ ਦੇ ਵੱਖ-ਵੱਖ ਪੜਾਵਾਂ ਤੋਂ ਸ਼ੁਰੂ ਕਰੀਏ। ਸਾਹ ਕਿਰਿਆ ਦੇ ਪੜਾਅ।